ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਲੋਕ ਸਭਾ ਚੋਣਾਂ ਦੀ ਨਿਰਪੱਖਤਾ ਤੇ ਉੱਠ ਰਹੇ ਸਵਾਲਾਂ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਹਮੀਰ ਸਿੰਘ ਜੀ, 2019 ਦੀਆਂ ਲੋਕ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਪੂਰਨ ਬਹੁਮਤ ਨਾਲ ਸੱਤਾ ਦੇ ਵਿੱਚ ਕਾਬਜ਼ ਹੋਈ ਸੀ, ਪਰ ਇਹਨਾਂ ਚੋਣਾਂ ਨੂੰ ਤੋਂ 2 ਸਾਲ ਬਾਅਦ ਜਿਹੜਾ ਹੈਗਾ ਚੋਣਾਂ ਦੀ ਨਿਰਪੱਖਤਾ ਨੂੰ ਲੈ ਕੇ ਜਿਹੜੇ ਹੈਗੇ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਅਸੀਂ ਜਾਣਨਾ ਚਾਹਾਂਗੇ ਇਹ ਸਵਾਲ ਕੌਣ ਉਠਾ ਰਿਹਾ ਜਾਂ ਉਹ ਕੀ ਕਹਿ ਰਹੇ ਨੇ। ਅਸਲ ਦੇ ਵਿੱਚ ਇਹਨਾਂ ਚੋਣਾਂ ਦੇ ਦੌਰਾਨ ਵੀ ਕਾਫੀ ਵਿਵਾਦ ਹੋਇਆ ਸੀ ਤੇ ਉਸ ਤੋਂ ਬਾਅਦ ਇੱਕ ਕਮਿਸ਼ਨ ਬਣਿਆ, ਸਿਟੀਜ਼ਨ ਕਮਿਸ਼ਨ ਔਨ ਇਲੈਕਸ਼ਨ 'ਚ। ਸਿਟੀਜ਼ਨ ਕਮਿਸ਼ਨ ਭਾਵ ਉਹ ਜਿਹੜੇ ਮਹੱਤਵਪੂਰਨ ਵੱਡੇ ਅਹੁਦਿਆਂ 'ਤੇ ਰਹੇ ਲੋਕ ਨੇ, ਜਿਨ੍ਹਾਂ 'ਚ ਮੰਨ ਲਓ ਜਿਹੜੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਦਨ ਲੋਕੁਰ, ਇਸੇ ਤਰ੍ਹਾਂ ਚੀਫ ਜਿਹੜੇ ਪਹਿਲਾਂ ਜਦੋਂ ਇਨਫੋਰਮੇਸ਼ਨ ਕਮਿਸ਼ਨ ਬਣਿਆ ਦੇਸ਼ ਦਾ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਚੀਫ ਕਮਿਸ਼ਨਰ ਉਹਦੇ ਰਹੇ ਵਜਾਹਤ ਹਬੀਬੁੱਲਾ, ਔਰ ਇਹਦੇ ਨਾਲ ਜੁੜੇ ਹੋਏ ਹੋਰ ਵੱਡੇ ਜਿਹੜੇ ਬੰਦੇ ਵੱਖ-ਵੱਖ ਕਿਸਮ ਦੇ, ਚਾਹੇ ਸਾਬਕਾ IAS ਹਰਸਿਮਰਨਦੇਰ ਨੇ, ਚਾਹੇ ਕੋਈ ਇਹ ਨੇ ਵੱਡੇ ਵੱਡੇ ਪੱਤਰਕਾਰ ਨੇ ਜਿਹੜੇ, ਔਰ ਇਸੇ ਤਰ੍ਹਾਂ ਸੋਸ਼ਲ ਐਕਟਿਵਿਸਟ ਨੇ RTI ਦੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਉਸ ਪੱਧਰ ਦੇ ਉੱਤੇ। ਵੱਖ-ਵੱਖ ਫੀਲਡ ਦੇ ਵੱਖ-ਵੱਖ ਮਾਹਰ ਬੰਦੇ ਜਿਹੜੇ ਉਹਨਾਂ ਨੇ ਮਿਲ ਕੇ ਇੱਕ ਇਹ ਕਮਿਸ਼ਨ ਬਣਾਇਆ। ਔਰ ਇਸੇ ਤਰ੍ਹਾਂ ਜਿਹੜੀ AFDR ਹੈ ਜਿਹੜੀ ਲਗਾਤਾਰ ਇਲੈਕਸ਼ਨ ਨੂੰ ਦਾ ਵਿਸ਼ਲੇਸ਼ਣ ਕਰਦੀ ਆ ਵੱਖ-ਵੱਖ ਟਾਈਪ ਦੇ ਮਾਮਲੇ ਦੇ ਵਿੱਚ, ਉਹਨਾਂ ਵੱਲੋਂ ਡਾਟਾ ਲੈ ਕੇ ਉਹਨਾਂ ਨਾਲ ਗੱਲ ਕਰਕੇ ਜਿਹੜੇ ਉਹਨਾਂ ਦੇ ਸ਼ੋਕਰ ਸਾਹਿਬ ਨੇ ਉਹ ਵੀ ਇਹਦੇ ਵਿੱਚ ਸ਼ਾਮਲ ਨੇ, ਇਨਪੁਟ ਦਿੱਤੀ ਹੈ। ਉਹ ਸਾਰਿਆਂ ਨੇ ਪਹਿਲਾਂ ਇੱਕ ਰਿਪੋਰਟ ਤਾਂ ਜਾਰੀ ਕੀਤੀ 30 ਜਨਵਰੀ ਐਸੇ ਸਾਲ 2021 ਨੂੰ ਜੀ। ਉਹ ਰਿਪੋਰਟ ਸੀਗੀ ਕੇਵਲ 2 ਗੱਲਾਂ ਦੇ ਉੱਤੇ, ਇੱਕ EVM ਦਾ ਮਾਮਲਾ, ਇੱਕ ਜਿਹੜੀਆਂ VVPATs ਨੇ ਉਹ ਜਿਹੜੀਆਂ ਜਦੋਂ ਵੋਟ ਪਾਉਂਦੇ ਆ ਕਿ ਉਹਦੇ ਨਾਲ ਹੀ ਇੱਕ ਰਸੀਦ ਵੀ ਨਿਕਲਣੀ ਚਾਹੀਦੀ ਹੈ ਹਰ ਮਸ਼ੀਨ ਦੇ ਵਿੱਚੋਂ, ਜੇ ਕਿੰਨੀ ਨਿਕਲਣੀ ਉਹਦੇ ਤੇ ਵੀ, ਕਿਉਂਕਿ EVM ਤੇ ਵੀ ਲੋਕ ਬੜੇ ਸਵਾਲ ਉਠਾਉਂਦੇ ਸੀ ਇਲੈਕਸ਼ਨ ਦੇ ਦੌਰਾਨ ਕਿ ਤੇ EVM ਚੋਂ ਨਿਕਲਿਆ ਜੀ ਫਲਾਨਾ ਧਮਕਾ। ਉਹਦੇ 'ਚ ਤਾਂ ਉਹਨਾਂ ਨੇ ਜਸਟ ਇੰਨਾ ਹੀ ਗੱਲ ਕਹੀ ਕਿ ਜਿਹੜੀ ਡਿਬੇਟ ਚੱਲ ਰਹੀ ਹੈ ਇਹ ਹੈਲਦੀ ਡੈਮੋਕ੍ਰੇਸੀ ਦਾ, ਇਹ ਚੰਗੀ ਜਮਹੂਰੀਅਤ ਦੀ ਨਿਸ਼ਾਨੀ ਹੈ। ਲੋਕ ਸਵਾਲ ਪੁੱਛਦੇ ਨੇ, ਸਵਾਲਾਂ ਦਾ ਜਵਾਬ ਦੇਣਾ ਚਾਹੀਦਾ। ਪਰ ਇੱਕ ਗੱਲ ਉਹਨਾਂ ਨੇ ਕਹੀ ਹੈ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਐਜ ਏ ਸੰਵਿਧਾਨਕ ਸੰਸਥਾ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਹੀਂ ਨਿਭਾ ਰਿਹਾ, ਨਾ ਉਹ ਲੋਕਾਂ ਦੇ ਜਿਹੜੇ ਉਹਦੇ 'ਤੇ ਉੱਠ ਰਹੇ ਸਵਾਲ ਨੇ ਉਹਨਾਂ ਦਾ ਜਵਾਬ ਦੇਣ ਦੀ ਕੋਈ ਕੋਸ਼ਿਸ਼ ਕਰ ਰਿਹਾ ਉਸ ਪੱਧਰ ਦੇ ਉੱਤੇ, ਕਿਉਂਕਿ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਇਹਨਾਂ ਚੀਜ਼ਾਂ ਨੂੰ ਕਨਵਿੰਸ ਕਰਾਉਣਾ। ਜਿਹੜੇ ਇਤਰਾਜ਼ ਉੱਠਦੇ ਨੇ ਜਮਹੂਰੀਅਤ ਦੇ ਵਿੱਚ, ਜੇ ਵੋਟਰ ਨੂੰ ਇਹੀ ਲੱਗਦਾ ਕਿ ਉਹਦੇ ਨਾਲ ਠੱਗੀ ਹੋ ਗਈ, ਜੇ ਉਹਨੂੰ ਇਹ ਲੱਗਦਾ ਕਿ ਮੇਰੀ ਵੋਟ ਠੀਕ ਪਾਸੇ ਗਈ ਹੈ ਜਾਂ ਨਹੀਂ ਪਤਾ ਲੱਗਣਾ ਚਾਹੀਦਾ, ਤਾਂ ਇਹਦਾ ਜਵਾਬ ਦੇਣ ਦੀ ਜ਼ਿੰਮੇਵਾਰੀ ਇਲੈਕਸ਼ਨ ਕਮਿਸ਼ਨ ਦੀ ਬਣਦੀ ਹੈ। ਅਤੇ ਦੂਜੀ ਰਿਪੋਰਟ ਜਿਹੜਾ ਦੂਜਾ ਹਿੱਸਾ ਸੀ ਉਹਦੇ 'ਚ ਕਿ ਕਿੰਨਾ ਅਪਰਾਧੀਕਰਨ ਵੱਧ ਗਿਆ, ਕਿੰਨਾ ਪੈਸੇ ਦਾ ਰੋਲ ਵੱਧ ਗਿਆ, ਕਿੰਨਾ ਜਿਹੜੀਆਂ ਵੋਟਾਂ ਆਮ ਵਰਗਾਂ 'ਚੋਂ, ਗਰੀਬ ਵਰਗਾਂ 'ਚੋਂ ਜਾਂ ਜਿਹੜੇ ਹਾਸੀਏ 'ਤੇ ਲੋਕ ਨੇ ਉਹਨਾਂ ਦੀਆਂ ਵੋਟਾਂ ਹੀ ਕੱਟ ਦਿੱਤੀਆਂ ਜਾਂਦੀਆਂ ਨੇ, ਉਹਨਾਂ ਨੂੰ ਰਾਈਟ ਹੀ ਨਹੀਂ ਉਸ ਲੈਵਲ 'ਤੇ ਮਿਲਦਾ। ਇਹੋ ਜਿਹਾ ਸਾਰਾ ਕੀ ਜਿਹੜੀਆਂ ਫੇਕ ਨਿਊਜ਼ ਦਾ ਸਿਸਟਮ ਹੈ ਉਹਦਾ ਕੀ ਹੈ, ਆਰਮਡ ਫੋਰਸ ਦਾ ਕਿੰਨਾ ਮਿਸਯੂਜ਼ ਜਾਂ ਦੁਰਵਰਤੋਂ ਹੋਈ ਹੈ, ਇਹ ਸਾਰੀਆਂ ਗੱਲਾਂ 'ਤੇ ਰਿਪੋਰਟ ਹੁਣ ਜਾਰੀ ਕੀਤੀ ਹੈ। ਉਹਦੀ ਦੂਜੀ ਰਿਪੋਰਟ ਦਾ ਦੂਜਾ ਹਿੱਸਾ ਮੰਨ ਲਓ। ਇਹਦੇ 'ਤੇ ਉਹਨਾਂ ਦਾ ਇਹ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਇਹ ਬੜਾ ਵੱਡਾ ਸੀਰੀਅਸ ਕੁਐਸਚਨ ਰੇਜ ਹੁੰਦੇ ਨੇ ਕਿ 2019 ਦੀ ਚੋਣ ਨਿਰਪੱਖ ਚੋਣ ਹੈ, ਇਹ ਕਿਹਾ ਨਹੀਂ ਜਾ ਸਕਦਾ ਕਿਉਂਕਿ ਉਹ 'ਤੇ ਸਵਾਲ ਪੈਦਾ ਹੋ ਰਹੇ ਨੇ। ਉਹਦੇ ਸਭ ਤੋਂ ਬੜਾ ਸਵਾਲ ਇਹ ਹੈ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਉਹਨੇ ਪ੍ਰੋਪਰਲੀ। ਮੰਨ ਲਓ ਕੁਝ ਉਦਾਹਰਨਾਂ ਉਹਨਾਂ ਨੇ ਦਿੱਤੀਆਂ ਨੇ। ਇੱਕ ਤਾਂ ਇਹੀ ਹੈ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਹਾਸਿਆਗ੍ਰਸਤ ਲੋਕ ਨੇ ਉਹਨਾਂ ਦੀਆਂ ਵੋਟਾਂ ਕੱਟੀਆਂ ਗਈਆਂ, ਉਹਨਾਂ ਦੀ ਕਿਸੇ ਨੇ ਨਹੀਂ ਸੁਣੀ ਕਿ ਕਿੱਥੇ ਵੋਟ ਪਈ ਕਿੱਥੇ ਨਹੀਂ, ਕਿਉਂ ਕੱਟੀ ਗਈ, ਕੀ ਉਹਦਾ ਹੋਣਾ ਚਾਹੀਦਾ ਸੀ। ਦੂਸਰੀ ਗੱਲ ਇਹ ਹੈ ਕਿ ਜਿਹੜਾ ਇੱਕ ਬੜਾ ਵੱਡਾ ਸਵਾਲ ਪੈਦਾ ਹੋਇਆ ਇਲੈਕਟੋਰਲ ਬੌਂਡਜ਼ ਦਾ, ਜਿਹੜਾ BJP ਸਰਕਾਰ ਨੇ 2017 ਦੇ ਵਿੱਚ ਰਾਜ ਸਭਾ ਨੂੰ ਬਾਈਪਾਸ ਕਰਕੇ ਉਹਨੂੰ ਮਨੀ ਬਿੱਲ ਕਹਿ ਕੇ, ਕਿਉਂਕਿ ਕੋਈ ਵੀ ਬਿੱਲ ਐਂ ਬਾਈਪਾਸ ਨਹੀਂ ਰਾਜ ਸਭਾ ਨੂੰ ਕਰਦਾ, ਜੇਕਰ ਮਨੀ ਬਿੱਲ ਕਹਿ ਦਿੰਦੇ ਹੋ ਤਾਂ ਰਾਜ ਸਭਾ ਨੂੰ ਬਾਈਪਾਸ ਕੀਤਾ ਜਾ ਸਕਦਾ। ਮਨੀ ਬਿੱਲ ਦੇ ਤੌਰ 'ਤੇ ਇਲੈਕਟੋਰਲ ਬੌਂਡਜ਼ ਨੇ ਜਿਹੜੇ ਉਹ ਲੈ ਕੇ ਆਏ ਕਾਨੂੰਨ, ਤੇ ਕਾਨੂੰਨ ਪਾਸ ਕਰਾਇਆ। ਹਾਲਾਂਕਿ ਇਹਦਾ ਮੁੱਦਾ ਸੰਵਿਧਾਨਕ ਤੌਰ 'ਤੇ ਸੁਪਰੀਮ ਕੋਰਟ 'ਚ ਵੀ ਪੈਂਡਿੰਗ ਪਿਆ ਵੀ ਇਹਦੀ ਇਜਾਜ਼ਤ ਵੀ ਇਲੈਕਸ਼ਨ ਕਮਿਸ਼ਨ ਨੇ ਵੀ ਦਿੱਤੀ, ਕੋਈ ਨਹੀਂ ਠੀਕ ਹੈ ਜੋ ਮਰਜ਼ੀ ਕੀਤਾ ਜਾਏ, ਤੇ ਕੋਈ ਗੱਲ ਨਹੀਂ ਹੋਈ। ਦੂਜੀ ਗੱਲ ਇਹ ਹੈ ਕਿ ਉਹਦੇ 'ਤੇ ਇੱਕ ਹਿਸਾਬ ਕਿਤਾਬ ਲਾਇਆ ਗਿਆ, ਇੱਕ ਅਨੁਮਾਨ ਹੈ ਕਿਸੇ ਸੰਸਥਾ ਦਾ ਕਿ 60,000 ਕਰੋੜ ਰੁਪਈਆ ਖਰਚ ਹੋਇਆ 2019 ਦੀ ਇਲੈਕਸ਼ਨ 'ਚ, ਜਿਹੜੀ ਦੁਨੀਆ ਦੀ ਸਭ ਤੋਂ ਮਹਿੰਗੀ ਇਲੈਕਸ਼ਨ ਸਾਬਤ ਹੋਈ ਹੈ, ਜਿਹੜੀ 2014 ਦੀ ਲੋਕ ਸਭਾ ਇਲੈਕਸ਼ਨ ਨਾਲੋਂ ਵੀ ਦੁੱਗਣੇ ਖਰਚ ਵਾਲੀ ਹੋਈ ਹੈ, ਡਬਲ ਖਰਚਾ, ਜਿਹਦੇ 'ਚੋਂ ਉਹਨਾਂ 'ਚ 27,000 ਕਰੋੜ ਰੁਪਈਆ ਕੇਵਲ BJP ਦਾ ਖਰਚਾ ਹੈ।
ਬਾਕੀ ਸਭ ਦਾ ਵਿੱਚ ਮਿਲਾ ਕੇ ਬਾਕੀ ਖਰਚਾ 27,000 ਕਰੋੜ ਬੀਜੇਪੀ ਦਾ ਹੈ। ਉਹਨਾਂ ਨੇ ਕੈਲਕੂਲੇਸ਼ਨ ਕਰਕੇ ਦੱਸੀ ਹੈ ਕਿ ਬੀਜੇਪੀ ਨੇ 3 ਸੀਟਾਂ ਜਿੱਤੀਆਂ ਨੇ। ਇਹਦਾ ਮਤਲਬ ਔਸਤਨ ਜੇ 303 ਸੀਟਾਂ ਨਾਲ ਜਿੰਨਾ ਬੀਜੇਪੀ ਨੇ ਖਰਚ ਕੀਤਾ ਉਹਨੂੰ ਹਿਸਾਬ ਲਾਇਆ ਜਾਏ ਤਾਂ 99 ਕਰੋੜ ਰੁਪਈਆ ਇੱਕ ਸੀਟ ਤੇ ਖਰਚ ਹੁੰਦਾ ਐਮਪੀ ਦੀ ਤੇ। ਜਦ ਕਿ ਸਾਡੇ ਸੰਵਿਧਾਨਕ ਤੌਰ ਤੇ ਕਾਨੂੰਨ ਤੌਰ ਤੇ ਇਹ ਹੈ ਕਿ 70 ਲੱਖ ਤੋਂ ਵੱਧ ਇੱਕ ਐਮਐਲਏ ਇੱਕ ਐਮਪੀ ਦਾ ਕੈਂਡੀਡੇਟ ਖਰਚ ਨਹੀਂ ਕਰ ਸਕਦਾ। ਪਰ ਇੰਨੇ ਵੱਡੇ ਪੱਧਰ ਤੇ ਪੈਸੇ ਦਾ ਜਿਹੜਾ ਚੱਲਣ ਹੈ ਉਹ ਸਾਡੇ ਸਾਹਮਣੇ ਦਿਖਾਈ ਦਿੱਤਾ ਹੈ। ਇਹ ਇੱਕ ਤਾਂ ਬਹੁਤ ਬੜਾ ਸਵਾਲ ਉਹਨੇ ਉਠਾਇਆ ਕਿ ਪੈਸੇ ਦਾ ਕਿਵੇਂ ਦਖਲ ਵੱਧ ਰਿਹਾ ਲਗਾਤਾਰ। ਦੂਜਾ ਇਹ ਹੈ ਕਿ ਕਿਵੇਂ ਅਪਰਾਧੀਆਂ ਦਾ ਦਖਲ ਵੱਧ ਰਿਹਾ ਹੈ ਤੇ ਇਸੇ ਦਾ ਇੱਕ ਡਾਟਾ ਉਹਨਾਂ ਨੇ ਜਾਰੀ ਕੀਤਾ ਕਿ 2014 ਤੋਂ 2017 ਤੱਕ ਹੀ 1765 ਐਮਪੀ ਤੇ ਐਮਐਲਏ ਲੋਕ ਸਭਾ ਤੇ ਵਿਧਾਨ ਸਭਾਵਾਂ ਦੇ ਵਿੱਚ ਕ੍ਰਿਮੀਨਲ ਨੇਚਰ ਦੇ ਨੇ, ਜਿਨ੍ਹਾਂ ਤੇ ਮੁਕੱਦਮੇ ਦਰਜ ਨੇ ਅਪਰਾਧਿਕ ਤੋਂ ਵੀ ਜ਼ਿਆਦਾ ਕਈਆਂ ਤੇ ਬਹੁਤ ਸੀਰੀਅਸ ਮੁਕੱਦਮੇ ਦਰਜ ਨੇ, ਬਲਾਤਕਾਰ ਦੇ, ਮਰਡਰ ਮਤਲਬ ਕਤਲ ਦੇ, ਬਾਕੀ ਟਾਈਪ ਦੇ ਨੇ। ਤੇ ਉਹਨਾਂ ਦਾ ਵੀ ਅਸੀਂ ਕੁਝ ਨਹੀਂ ਕਰ ਪਾਏ ਕਿ ਉਹ ਬੰਦੇ ਨਾ ਆਉਣ, ਨਾ ਖੜੇ ਹੋਣ, ਜਾਂ ਜੋ ਵੀ ਚੀਜ਼ਾਂ ਜਿਸ ਲੈਵਲ ਦੀਆਂ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ ਉਸ ਪੱਧਰ ਦੇ ਉੱਤੇ ਨਾ ਆਵੇ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਰਲ ਮਿਲ ਕੇ ਨੇ, ਉਹਦਾ ਮਤਲਬ ਇਹ ਹੈ ਕਿ ਫਿਰ ਆਮ ਆਦਮੀ ਜਿਹੜਾ ਇਲੈਕਟੋਰਲ ਡੈਮੋਕ੍ਰੇਸੀ 'ਚ ਜਮਹੂਰੀਅਤ ਦੇ ਵਿੱਚ ਜਿਹਨੂੰ ਇਹ ਕਿਹਾ ਜਾਂਦਾ ਕਿ ਉਹ ਵੀ ਪੂਰਾ ਸਰਗਰਮੀ ਨਾਲ ਭਾਗ ਲੈ ਸਕਦਾ, ਹਿੱਸਾ ਲੈ ਸਕਦਾ ਜੀ, ਸਰਗਰਮੀ ਨਾਲ ਭਾਗ ਲੈ ਕੇ ਉੱਥੇ ਚੋਣ ਵੀ ਲੜ ਸਕਦਾ, ਉਹ ਤਾਂ ਤੁਸੀਂ ਬਾਹਰ ਕੱਢਤੇ। ਇਹ ਸਾਰਾ ਸਿਸਟਮ ਇਹੋ ਜਿਹਾ ਬਣ ਗਿਆ ਤੇ ਜਿਹਦੇ 'ਚ ਉਹ ਬਾਹਰ ਨਿਕਲ ਰਿਹਾ। ਇਸ ਕਰਕੇ ਜਿਹੜਾ ਚੋਣ ਪ੍ਰਣਾਲੀ ਹੈ ਪੂਰੀ ਦੀ ਪੂਰੀ ਉਹ ਇਸ ਪਾਸੇ ਚਲੀ ਗਈ ਹੈ ਕਿ ਜਿਹੜੀ ਕੁਝ ਖਾਸ ਹੱਥਾਂ 'ਚ ਚਲੀ ਗਈ ਹੈ। ਤੇ ਇਹਦੇ ਤੋਂ ਇਲਾਵਾ ਉਹਨਾਂ ਨੇ ਇੱਕ ਹੋਰ ਸਵਾਲ ਉਠਾਇਆ ਕਿ ਕਿਵੇਂ ਇਹ ਫੇਅਰ ਨਹੀਂ ਹੈ, ਜਦੋਂ ਇਹ ਤੱਕ ਕਹਿ ਦਿੱਤਾ ਗਿਆ ਜਿਹੜੀਆਂ ਫੇਕ ਨਿਊਜ਼ ਨੇ, ਜਿਹੜੀਆਂ ਗੌਰਮੈਂਟ ਨਾਲ ਮਿਲਿਆ ਹੋਇਆ ਮੀਡੀਆ ਸੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਇੱਕ ਤਾਂ ਨਵੋਂ ਟੀਵੀ ਚਲਾਇਆ ਉਹ ਕਹਿੰਦੇ ਉਸ ਸਮੇਂ ਦੌਰਾਨ, ਜਿਹੜਾ ਇਨਫੋਰਮੇਸ਼ਨ ਤੇ ਬ੍ਰਾਡਕਾਸਟਿੰਗ ਮਿਨਿਸਟਰੀ ਨਾਲ ਰਜਿਸਟਰਡ ਵੀ ਨਹੀਂ ਸੀ, ਪਰ ਉਹ ਚੱਲਦਾ ਰਿਹਾ ਤੇ ਉਹ ਆਪਣੀਆਂ ਗੱਲਾਂ ਕਰਦਾ ਰਿਹਾ। ਤਾਂ ਇਲੈਕਸ਼ਨ ਕਮਿਸ਼ਨ ਕਿੱਥੇ ਸੀ? ਜੇ ਇਸ ਤਰ੍ਹਾਂ ਦੀ ਮਨਮਾਨੀ ਚੱਲਣੀ ਹੈ ਤਾਂ ਤੁਹਾਡੇ ਸਾਹਮਣੇ ਹੈ। ਦੂਜੀ ਗੱਲ ਉਹ ਕਹਿੰਦੇ ਨੇ ਵੀ ਜਿਹੜੀਆਂ ਹਥਿਆਰਬੰਦ ਫੌਜਾਂ ਨੇ ਸਾਡੀਆਂ ਫੋਰਸਜ਼ ਨੇ, ਉਹਨਾਂ ਨੂੰ ਵੀ ਚੋਣ ਦੇ ਲਈ ਵਰਤਿਆ ਗਿਆ। ਇਹ ਪਹਿਲੀ ਵਾਰ ਹੋਇਆ ਕੰਟਰੀ ਦੇ ਵਿੱਚ ਜਿਹਦਾ ਨੋਟਿਸ ਨਹੀਂ ਲਿਆ ਗਿਆ, ਜਿਹਦੇ ਤੇ ਕੋਈ ਕਾਰਵਾਈ ਨਹੀਂ ਹੋਈ। ਇਸੇ ਕਰਕੇ ਉਹ ਕਹਿੰਦੇ ਸੀ ਕਿ ਜਦੋਂ ਬੰਦਾ ਬੋਲਦਾ ਹੈ, ਬੀਜੇਪੀ ਦਾ ਬੰਦਾ ਬੋਲਦਾ ਹੈ, ਦੇਸ਼ ਦੀ ਫੌਜ ਨੂੰ ਮੋਦੀ ਸੈਨਾ ਦੇ ਤੌਰ ਤੇ ਪੇਸ਼ਕਾਰੀ ਕਰਦਾ ਹੈ ਕਿ ਮੋਦੀ ਦੀ ਸੈਨਾ ਹੈ। ਇਹਦੇ ਤੇ ਵਿਵਾਦ ਵੀ ਉਦੋਂ ਅਖਬਾਰਾਂ ਦੇ ਵਿੱਚ ਚੱਲਿਆ, ਪਰ ਇਲੈਕਸ਼ਨ ਕਮਿਸ਼ਨ ਨੇ ਇਹਦੇ ਤੇ ਕੋਈ ਨੋਟਿਸ ਨਹੀਂ ਲਿਆ। ਇਹ ਸਾਰੇ ਜਿੰਨੇ ਡਾਟਾ ਇਕੱਠਾ ਕਰਕੇ ਜਾਂ ਜਿਹੜੀਆਂ ਵੱਖ-ਵੱਖ ਚੀਜ਼ਾਂ ਇਕੱਠੀਆਂ ਕਰਕੇ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਨਾ ਸਰਕਾਰ ਦੇ ਪੱਖ ਦੀ ਫੇਕ ਨਿਊਜ਼ ਬੰਦ ਕੀਤੀ, ਨਾ ਉਹ ਗੁੰਮਰਾਹ ਜਿਹੜਾ ਦੁਰਵਰਤੋਂ ਹੋਈ ਬਾਕੀ ਚੀਜ਼ਾਂ ਦੀ ਉਹ ਬੰਦ ਕੀਤੀ, ਨਾ ਪੈਸੇ ਦਾ ਖੇਡ ਬੰਦ ਕੀਤਾ, ਨਾ ਨਸ਼ੇ ਦਾ ਖੇਡ ਬੰਦ ਹੋਇਆ, ਨਾ ਜਿਹੜੇ ਅਪਰਾਧੀ ਜਾਂ ਜਿਨ੍ਹਾਂ ਨੇ ਵਾਇਲੇਟਡ ਮਾਡਲ ਕੋਡ ਆਫ ਕੰਡਕਟ ਜਿਹਨੂੰ ਕਿਹਾ ਜਾਂਦਾ, ਚੋਣ ਜ਼ਾਬਤੇ ਦੀਆਂ ਜਦੋਂ ਸ਼ਰੇਆਮ ਧੱਜੀਆਂ ਇੱਕ ਪਾਵਰਫੁਲ ਤੇ ਰੜ ਆਉਂਦੀ ਹੈ, ਉਹਦੇ ਤੇ ਕੋਈ ਇਲੈਕਸ਼ਨ ਕਮਿਸ਼ਨ ਨਾ ਕਰ ਪਾਏ ਕੁਝ, ਤਾਂ ਇਹ ਭਰੋਸਾ ਹਿਲਦਾ ਕਿ ਇਹ ਚੋਣਾਂ ਨਿਰਪੱਖ ਹੈਗੀਆਂ ਨੇ ਜਾਂ ਨਹੀਂ ਹੈਗੀਆਂ। ਇਹ ਉਸ ਰਿਪੋਰਟ ਦਾ ਮੇਨ ਦਾਰੋਮਦਾਰ ਹੈ, ਜਿਹੜਾ ਇਹਦਾ ਮਤਲਬ ਭਵਿੱਖ ਦੀਆਂ ਚੋਣਾਂ ਵਾਸਤੇ ਵੀ ਕਈ ਨਵੇਂ ਸਵਾਲ ਖੜੇ ਕਰਦਾ ਹੈ ਕਿ ਇਹ ਠੀਕ ਕਿਵੇਂ ਹੋਵੇ ਸਿਸਟਮ, ਕਿਵੇਂ ਇਹਨਾਂ ਨੂੰ ਸੁਧਾਰਿਆ ਜਾਏ ਤਾਂ ਕਿ ਲੋਕਾਂ ਦਾ ਭਰੋਸਾ ਚੋਣ ਪ੍ਰਣਾਲੀ 'ਚ ਹੋਵੇ। ਜੀ ਹਮੀਰ ਸਿੰਘ ਜੀ, ਇਹ ਤਾਂ ਸੀਗੀ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਦੀ ਗੱਲ। ਜੇਕਰ ਗੱਲ ਕਰੀਏ ਕੇਂਦਰ ਸਰਕਾਰ ਦੀ, ਕੇਂਦਰ ਸਰਕਾਰ ਵੀ ਪਿਛਲੇ ਕੁਝ ਸਮੇਂ ਤੋਂ ਜਿਹੜਾ ਹੈਗਾ ਤਾਕਤਾਂ ਦਾ ਕੇਂਦਰੀਕਰਨ ਕਰਨ ਲੱਗੀ ਹੋਈ ਹੈ। ਸੂਬੇ ਦੇ ਅਧਿਕਾਰਾਂ ਨੂੰ ਖਤਮ ਕਰਕੇ ਸਾਰੀ ਤਾਕਤਾਂ ਕੇਂਦਰ ਦੇ ਹੱਥ ਵਿੱਚ ਲੈ ਰਹੀ ਹੈ। ਇਸੇ ਤਰ੍ਹਾਂ ਦਾ ਉਹਨਾਂ ਨੇ ਇੱਕ ਕਦਮ ਹੋਰ ਅੱਗੇ ਵਧਾਉਂਦਿਆਂ ਜਿਹੜਾ ਹੈਗਾ ਦਿੱਲੀ ਦੀ ਵੀ ਇੱਕ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਨੇ ਉੱਥੇ ਦੇ ਕਾਨੂੰਨ 'ਚ ਸੋਧ ਕਰਨ ਲਈ ਅੱਜ ਜਿਹੜਾ ਹੈਗਾ ਲੋਕ ਸਭਾ ਦੇ ਵਿੱਚ ਵੀ ਗੱਲ ਉੱਠੀ ਹੈਗੀ ਹੈ ਵੀ ਕਿ ਇਸ ਤਰ੍ਹਾਂ ਦਾ ਜਿਹੜਾ ਹੋਣ ਜਾ ਰਿਹਾ। ਅਸੀਂ ਜਾਣਨਾ ਚਾਹਾਂਗੇ ਕੇਂਦਰ ਸਰਕਾਰ ਕੀ ਸੋਧਾਂ ਕਰਨ ਜਾ ਰਹੀ ਹੈ ਜਾਂ ਕਿਸ ਤਰ੍ਹਾਂ ਦੇ ਜਿਹੜੇ ਬਦਲਾਅ ਕਰ ਰਹੀ ਹੈ। ਜਿਵੇਂ ਨਾਰਮਲੀ ਸ਼ੁਰੂ ਤੋਂ ਹੀ ਇਹ ਹੈ ਕਿ ਚਾਹੇ ਉਹ ਨੋਟਬੰਦੀ ਹੋਵੇ, GST ਹੋਵੇ, CAA ਹੋਵੇ, ਜਾਂ ਈਵਨ UAPA, NIA ਤੇ ਕਿਰਤ ਕਾਨੂੰਨ, ਜਾਂ ਨਿਊ ਐਜੂਕੇਸ਼ਨ ਪਾਲਿਸੀ ਦਾ ਸਵਾਲ ਹੈ, ਜਾਂ ਕਿਸਾਨੀ ਦੇ ਕਾਨੂੰਨ ਨੇ, ਸਾਰੇ ਕਾਨੂੰਨ ਹੀ ਉੱਧਰ ਜਾ ਰਹੇ ਨੇ ਜਿਹੜੇ ਰਾਜਾਂ ਦੇ ਅਧਿਕਾਰਾਂ ਨੂੰ ਖੁਰਾ ਲਾ ਰਹੇ ਨੇ। ਪਰ ਕਿਉਂਕਿ ਕੁਝ ਰਾਜ ਸਾਡੇ ਇਹੋ ਜਿਹੇ ਨੇ ਜਿਹੜੇ ਪਹਿਲਾਂ ਹੀ ਪੂਰੇ ਰਾਜ ਨਹੀਂ ਹੈ, ਜਿਹੜੇ ਕੇਂਦਰ ਸ਼ਾਸਤ ਪ੍ਰਦੇਸ਼ ਨੇ, ਪਰ ਉੱਥੇ ਵਿਧਾਨ ਸਭਾਵਾਂ ਬਣਦੀਆਂ ਨੇ। ਦਿੱਲੀ ਉਹਦੇ 'ਚੋਂ ਇੱਕ ਹੈ, ਔਰ ਜਿਵੇਂ ਗੋਆ ਵੀ ਉਹਦੇ 'ਚੋਂ ਇੱਕ ਹੈ, ਦਿੱਲੀ ਹੈ, ਪੌਂਡੀਚੇਰੀ ਹੈ, ਕਈ ਇਸ ਲੈਵਲ ਦੀਆਂ ਚੀਜ਼ਾਂ ਨੇ। ਔਰ ਉਹਦੇ ਵਿੱਚ ਜਦੋਂ ਪਹਿਲਾਂ ਕੇਜਰੀਵਾਲ ਦੀ ਸਰਕਾਰ ਆਈ ਹੈ, ਕੇਜਰੀਵਾਲ ਦੀ ਸਰਕਾਰ ਨੇ ਪਹਿਲੀ ਵਾਰ ਆਈ ਨੇ ਬੜੇ ਇਹਦੇ 'ਤੇ ਪ੍ਰੋਟੈਸਟ ਵੀ ਕੀਤਾ, ਬੜੇ ਲੈਵਲ 'ਤੇ ਅੰਦੋਲਨ ਕਰਨ ਦੀ ਕੋਸ਼ਿਸ਼ ਕੀਤੀ ਕਿ ਦਿੱਲੀ ਨੂੰ ਪੂਰੇ ਰਾਜ ਦਾ ਦਰਜਾ ਦਿੱਤਾ ਜਾਏ। ਇਹਦਾ ਮਤਲਬ ਸ਼ੁਰੂਆਤੀ ਦੌਰ ਤੋਂ ਹੀ ਦਿੱਲੀ ਪੂਰਾ ਰਾਜ ਨਹੀਂ ਹੈ, ਉਹ ਅਧੂਰਾ ਰਾਜ ਹੈ। ਉਹਦਾ ਕਾਰਨ ਇਹ ਹੈ ਕਿ ਜਿਹੜੇ ਬੁਨਿਆਦੀ ਕਈ ਵੱਡੇ ਮੁੱਦੇ ਨੇ, ਜਿਵੇਂ ਪਬਲਿਕ ਸੇਫਟੀ ਦਾ ਮੁੱਦਾ ਹੈ,
ਜਿਵੇਂ ਅਮਨ ਕਾਨੂੰਨ ਦਾ ਮੁੱਦਾ ਹੈ, ਜਿਹਦੇ ਨਾਲ ਪੁਲਿਸ ਆਉਂਦੀ ਹੈ ਜਿਹਦੇ ਕੋਲੇ, ਜਿਵੇਂ ਲੈਂਡ ਦਾ ਮੁੱਦਾ ਹੈ, ਜ਼ਮੀਨ ਤੇ ਅਧਿਕਾਰ ਦਾ ਸਵਾਲ ਹੈ ਕਿ ਅਕਵਾਇਰ ਕਰਨੀ ਹੈ ਨਹੀਂ ਕਰਨੀ, ਉਹ ਕਿਹਦੇ ਕੋਲ ਹੈ, ਉਹ ਸਾਰੇ ਦੇ ਸਾਰੇ ਕੇਂਦਰ ਸਰਕਾਰ ਕੋਲ ਨੇ ਵੱਡੇ ਜਿਹੜੇ ਵਿਆਪਕ ਮੁੱਦੇ ਨੇ। ਤੇ ਦਿੱਲੀ ਦੀ ਸਰਕਾਰ ਇੱਕ ਲਿਮਟਿਡ ਹੱਦ ਤੱਕ ਆਪਣੇ ਮੌਕੇ ਵਰਤਦੀ ਸੀ। ਪਰ ਹੁਣ ਕੀ ਹੋਇਆ ਕਿ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਜਿਹੜੇ ਚੁਣੇ ਹੋਏ ਨੁਮਾਇੰਦੇ ਤੇ ਲੈਫਟੀਨੈਂਟ ਗਵਰਨਰ ਦੇ ਵਿੱਚ ਇੱਕ ਟਕਰਾਅ ਰਿਹਾ, ਪਹਿਲਾਂ ਵੀ ਰਿਹਾ ਤੇ ਹੁਣ ਵੀ ਹੈ। ਜੀ ਬਿਲਕੁਲ। ਤਾਂ ਸਰਕਾਰ ਨੇ ਇੱਕ ਕਾਨੂੰਨ ਦੇ ਵਿੱਚ ਸੋਧ ਦੀ ਤਜਵੀਜ਼ ਪੇਸ਼ ਕੀਤੀ ਹੈ। ਉਹਦੇ 'ਚ ਇਹ ਹੈ ਕਿ ਅਲਟੀਮੇਟ ਇਹ ਪਰਿਭਾਸ਼ਾ ਕੀ ਹੋਗੀ ਕਿ ਗਵਰਨਮੈਂਟ ਕੌਣ ਹੈ, ਕੀ ਗਵਰਨਮੈਂਟ ਚੁਣੀ ਹੋਏ ਵਿਧਾਇਕਾਂ ਦੇ ਵਿੱਚੋਂ ਚੁਣਿਆ ਹੋਇਆ ਚੀਫ ਮਿਨਿਸਟਰ ਜਾਂ ਮੰਤਰੀ ਮੰਡਲ ਗਵਰਨਮੈਂਟ ਹੈ, ਜਾਂ ਦਿੱਲੀ ਦਾ ਲੈਫਟੀਨੈਂਟ ਗਵਰਨਰ ਗਵਰਨਮੈਂਟ ਹੈ। ਹੁਣ ਇਹਦੇ 'ਚ ਉਹਨਾਂ ਨੇ ਇਹ ਕਰਤਾ ਕਿ ਲੈਫਟੀਨੈਂਟ ਗਵਰਨਰ ਗਵਰਨਮੈਂਟ ਹੋਏਗਾ, ਲੈਫਟੀਨੈਂਟ ਗਵਰਨਰ ਅੰਤਮ ਅਥਾਰਟੀ ਹੋਏਗਾ ਉਸ ਸਾਰੇ ਮਾਮਲੇ ਦੇ ਵਿੱਚ। ਇਹਦੇ ਗੱਲ 'ਚ ਸੁਭਾਵਿਕ ਹੈ, ਪਿਛਲੇ ਸਮੇਂ 'ਚ ਜਦੋਂ ਸੁਪਰੀਮ ਕੋਰਟ ਤੱਕ ਕੇਸ ਗਿਆ ਸੀ, ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਸੀ ਕਿ ਚੁਣੇ ਹੋਏ ਨੁਮਾਇੰਦੇ ਜਿਹੜੇ ਲੋਕਾਂ ਦੇ ਚੁਣੇ ਹੋਏ ਨੇ, ਜਮਹੂਰੀਅਤ ਦੇ ਵਿੱਚ ਉਹਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ, ਹਰ ਗੱਲ ਤੇ ਰਿਟ ਲੈਫਟੀਨੈਂਟ ਗਵਰਨਰ ਦੀ ਨਹੀਂ ਚੱਲਣੀ ਚਾਹੀਦੀ। ਜਿਹੜੇ ਚੁਣੇ ਹੋਏ ਨੁਮਾਇੰਦੇ ਨੇ, ਅਸੈਂਬਲੀ ਮੈਂਬਰ ਨੇ ਜਾਂ ਸਰਕਾਰ ਚੁਣੀ ਹੋਈ ਹੈ, ਉਹਨੂੰ ਹਮੇਸ਼ਾ ਹੁੰਦਾ ਢਾਂਚੇ ਦਾ। ਇਹਦੇ ਤੇ ਲੜਾਈ ਛੱਡ ਕੇ ਪਿਛਲੇ 5 ਸਾਲਾਂ ਤੋਂ ਸਾਲ ਹੁਣ ਹੋਣ ਵਾਲਾ ਹੈ, ਉਹਦੇ 'ਚ ਤੁਸੀਂ ਉਹ ਪੋਲੀਟੀਕਲ ਲੜਾਈ ਕਿੱਥੇ ਹੈ? ਉਹ ਪੋਲੀਟੀਕਲ ਲੜਾਈ ਉਦੋਂ ਨਹੀਂ ਲੜੀ ਤਾਂ ਉਹਦਾ ਖਮਿਆਜਾ ਹੁਣ ਭੁਗਤ ਰਹੇ। ਹੁਣ ਆਪਦੇ ਵੀ ਸਾਰੇ ਬੰਦੇ ਕਹਿ ਰਹੇ ਨੇ ਕਿ ਸਾਡੇ ਨਾਲ ਮਾੜਾ ਹੋ ਰਿਹਾ, ਮਾੜਾ ਹੋ ਰਿਹਾ। ਫੈਡਰਲਿਜ਼ਮ ਇੱਕ ਪੂਰੇ ਦੇਸ਼ ਦਾ ਮੁੱਦਾ ਹੈ, ਇਕੱਲੇ ਇੱਕ ਸੂਬਾ ਨਹੀਂ ਚਲਾ ਸਕਦਾ। ਇਸ ਲਈ ਸਾਰੇ ਕਿਤੇ ਇੱਕ ਗੱਠਜੋੜ ਐਸਾ ਬਣਨ ਦਾ ਲੋੜ ਹੈ ਜਿਹੜਾ ਕੇਂਦਰੀਕਰਨ ਦੇ ਖਿਲਾਫ ਹੋਵੇ, ਜਿਹੜਾ ਫੈਡਰਲ ਸਟਰਕਚਰ ਰਾਜਾਂ ਨੂੰ ਅਧਿਕਾਰਾਂ ਦੇ ਸਵਾਲ ਤੇ ਲੜਾਈ ਲੜੇ। ਜੀ ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੰਘਰਸ਼ ਜਿਹੜਾ ਚੱਲ ਰਿਹਾ, ਇਸੇ ਦੌਰਾਨ ਪੰਜਾਬ ਦੀ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਤਾਂ ਉਹ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਰੈਲੀਆਂ ਕਰ ਰਹੇ ਨੇ। ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ, ਦੂਜੇ ਪਾਸੇ ਸਿਆਸੀ ਪਾਰਟੀਆਂ ਜਿਹੜੀ ਇਸ ਤਰ੍ਹਾਂ ਰੈਲੀਆਂ ਕਰ ਰਹੀਆਂ ਨੇ, ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਾਫੀ ਲੰਮੇ ਸਮੇਂ ਤੱਕ ਲਗਾਤਾਰ ਮਤਲਬ 4.5 ਮਹੀਨੇ ਹੋ ਗਏ, ਹੁਣ 3.25 ਮਹੀਨੇ ਤੋਂ ਜ਼ਿਆਦਾ ਤਾਂ ਦਿੱਲੀ 'ਚ ਹੀ ਹੋ ਗਏ, ਜਦੋਂ ਪੰਜਾਬ 'ਚ ਵੀ ਸੀ। ਪੰਜਾਬ ਦੇ ਕਿਸਾਨ ਅੰਦੋਲਨ ਦਾ ਇੱਕ ਦਬਦਬਾ ਸੀ। ਉਹਨਾਂ ਨੇ ਕਿਸਾਨਾਂ ਨੂੰ ਇਹ ਕਿਹਾ ਸੀ, ਜਾਂ ਪਾਰਟੀਆਂ ਨੂੰ ਵੀ ਇਹ ਕਿਹਾ ਸੀ, ਤੁਸੀਂ ਪੈਰਲਲ ਰੈਲੀਆਂ ਇਸ ਪੱਧਰ ਤੇ ਨਾ ਕਰੋ, ਕਿਸਾਨ ਅੰਦੋਲਨ ਦਾ ਸਵਾਲ ਹੈ। ਬਿਲਕੁਲ। ਔਰ ਜਿਹੜਾ ਕਿਸਾਨ ਅੰਦੋਲਨ ਤੋਂ ਝੇਪ ਦੇ ਵਿੱਚ ਫਿਰ ਸਿਆਸੀ ਪਾਰਟੀਆਂ ਰੈਲੀਆਂ ਨਹੀਂ ਸੀ ਕਰ ਰਹੀਆਂ ਉਸ ਤੋਂ ਬਾਅਦ, ਕਿਉਂਕਿ ਇੱਕ ਦਬਦਬਾ ਸੀ। ਹੁਣ ਚਲਦੇ ਕਿਉਂਕਿ ਸਿਆਸੀ ਪਾਰਟੀਆਂ ਨੂੰ ਇਹ ਪਤਾ ਲੱਗ ਗਿਆ ਕਿ ਹੁਣ ਤਾਂ ਕਾਊਂਟਡਾਊਨ ਸ਼ੁਰੂ ਹੋ ਗਿਆ, ਹੁਣ ਤਾਂ 2022 'ਚ ਇਲੈਕਸ਼ਨ ਹੋਣੀ ਹੈ ਫਰਵਰੀ 'ਚ। ਇਸ ਲਈ ਆਪਣਾ ਇੱਕ ਸਿਸਟਮ ਕਿਉਂ ਨਾ ਸ਼ੁਰੂ ਕੀਤਾ ਜਾਏ। ਇਸੇ ਕਰਕੇ ਉਹਨਾਂ ਨੇ ਕੀ ਕੀਤਾ ਕਿ ਅਕਾਲੀ ਦਲ ਨੇ ਹੁਣ ਪੰਜਾਬ ਜਵਾਬ ਮੰਗਦਾ ਹੈ ਸੂਬਾ ਸਰਕਾਰ ਦੇ ਖਿਲਾਫ ਇੱਕ ਮੁਹਿੰਮ ਤੋਰੀ ਹੈ। ਪਹਿਲਾਂ ਜਲਾਲਾਬਾਦ ਰੈਲੀ ਕੀਤੀ, ਉੱਥੇ ਸੁਖਬੀਰ ਬਾਦਲ ਨੇ ਆਪਣੇ ਆਪ ਨੂੰ ਕੈਂਡੀਡੇਟ ਐਲਾਨਤਾ। ਕੱਲ੍ਹ ਬਲਟੋਹੇ ਰੈਲੀ ਕੀਤੀ, ਉੱਥੇ ਬਲਟੋਹੇ ਨੂੰ ਕੈਂਡੀਡੇਟ ਐਲਾਨਤਾ। ਮਤਲਬ ਹੁਣ ਉਹ ਪੂਰੀ ਇੱਕ ਮਸ਼ੀਨਰੀ, ਇਲੈਕਸ਼ਨ ਮਸ਼ੀਨਰੀ ਦੇ ਤੌਰ ਤੇ ਪੇਸ਼ ਹੋਣੀ ਸ਼ੁਰੂ ਹੋ ਗਈ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਇੱਕ ਵੱਡੀ ਰੈਲੀ ਕਰ ਰਹੀ ਹੈ 21 ਤਰੀਕ ਨੂੰ ਕਿਸਾਨਾਂ ਦੇ ਨਾਂ ਤੇ। ਬਾਗੇ ਪੁਰਾਣੇ ਦੇ ਵਿੱਚ ਵੀ ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ, ਉਹ ਵੀ ਸਾਰਾ ਉਸ ਪੱਧਰ ਤੇ। ਕਾਂਗਰਸ ਵੀ ਆਪਣੇ ਪੱਧਰ ਤੇ ਕਈ ਵਾਰ ਪਹਿਲਾਂ ਥੋੜ੍ਹਾ ਬਹੁਤ ਕੀਤੀ ਹੈ ਤੇ ਹੁਣ ਇਸ ਤੋਂ ਬਾਅਦ ਸਟਾਰਟ ਹੋ ਜਾਏਗੀ, ਕਿਉਂਕਿ ਉਹਨੂੰ ਲੱਗਦਾ ਕਿ ਅਸੀਂ ਵੀ ਆਈ ਪਏ ਹਾਂ 22 'ਚ ਮੁੜ ਕੇ। ਹੁਣ ਜੇਕਰ ਇਹ ਪੋਲੀਟੀਕਲ ਰੈਲੀਆਂ ਇਸ ਐਂਗਲ ਦੀਆਂ ਆਉਣਗੀਆਂ, ਚਾਹੇ ਉਹ ਕਿਸਾਨ ਦੇ ਨਾਂ ਤੇ ਹੋਵੇ, ਚਾਹੇ ਕਿਸਾਨ ਦੇ ਨਾਂ ਤੋਂ ਬਿਨਾਂ ਹੋਵੇ, ਤਾਂ ਇਹਦੇ ਨਾਲ ਇੱਕ ਗੱਲ ਜ਼ਰੂਰੀ ਹੈ ਕਿ ਇਹਦਾ ਮਤਲਬ ਸੰਯੁਕਤ ਮੋਰਚਾ ਜਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਸਾਂਝੇ ਤੌਰ ਤੇ ਇੱਕ ਵੱਡਾ ਅੰਦੋਲਨ ਲੜ ਰਹੀਆਂ ਨੇ, ਤਾਂ ਉਹ ਅੰਦੋਲਨ ਫਿੱਕਾ ਨਾ ਪਏ। ਉਹ ਕਿਤੇ ਇਸ ਲਈ ਮਤਲਬ ਜਦੋਂ ਪੋਲੀਟੀਕਲ ਪਾਰਟੀਆਂ 'ਚ ਲੋਕ ਜਾਣ ਲੱਗ ਗਏ, ਪਹਿਲਾਂ ਲੋਕ ਝਿਜਕਦੇ ਸੀ ਪੋਲੀਟੀਕਲ ਪਾਰਟੀਆਂ ਦੇ ਬੈਨਰ ਹੇਠ ਜਾ ਕੇ, ਤੇ ਹੁਣ ਕੀ ਜਿਹੜਾ ਪਿੰਡਾਂ ਦੇ ਵਿੱਚ ਇੱਕ ਸੋਥਾ ਹੋਇਆ, ਇੱਕ ਭਾਈਚਾਰਕ ਸਾਂਝ ਬਣੀ, ਜਿਹੜੇ ਰਲ ਮਿਲ ਕੇ ਕਿਸਾਨ ਅੰਦੋਲਨ 'ਚ ਜਾ ਰਹੇ ਸੀ, ਜਦੋਂ ਮੁੜ ਕੇ ਪਾਰਟੀਬਾਜ਼ੀ ਦੇ ਵਿੱਚ ਉਸੇ ਤਰਜ਼ ਤੇ ਚਲੇ ਜਾਣਗੇ, ਹਾਲਾਂਕਿ ਅੰਦੋਲਨ ਦਾ ਨਿਬੇੜਾ ਨਹੀਂ ਹੋਇਆ, ਤਾਂ ਮੈਨੂੰ ਲੱਗਦਾ ਕਿ ਇਹਦਾ ਅਸਰ ਕਿਸਾਨ ਅੰਦੋਲਨ ਤੇ ਪਏਗਾ। ਮੀਡੀਆ ਦੇ ਪ੍ਰਚਾਰ ਦੇ ਪੱਖ ਤੋਂ ਵੀ ਮੀਡੀਆ ਉਧਰ ਸ਼ਿਫਟ ਹੋਏਗਾ, ਔਰ ਇਸੇ ਤਰ੍ਹਾਂ ਪ੍ਰੈਕਟੀਕਲ ਲੋਕਾਂ ਦੇ ਜਾਣ ਦੇ ਪੱਖ ਤੋਂ ਵੀ। ਇਹ ਸਾਰੇ ਮੁੱਦੇ ਨੂੰ ਕਿਸਾਨ ਅੰਦੋਲਨ ਦੀ ਆਗੂਆਂ ਨੂੰ ਸੀਰੀਅਸਲੀ ਸੋਚਣਾ ਪਏਗਾ ਕਿ ਇਹਦੇ ਤੇ ਕੀ ਰਣਨੀਤੀ ਅਪਣਾਈ ਜਾਣੀ ਚਾਹੀਦੀ ਹੈ, ਤੇ ਇਹਦੇ ਤੇ ਕੀ ਸਿਆਸਤ ਦੇ ਨਾਲ ਨਾਤਾ ਕਿਸ ਲੈਵਲ ਦਾ ਰੱਖਣਾ ਚਾਹੀਦਾ ਹੈ, ਔਰ ਇਹਦੇ ਤੇ ਕਿਸੇ ਨਾ ਕਿਸੇ ਰੂਪ 'ਚ ਆਪਦੇ ਸਰਗਰਮੀ ਜ਼ਿਆਦਾ ਭਾਰੂ ਹੈਸੀਅਤ 'ਚ ਵਿੱਢਣੀ ਚਾਹੀਦੀ ਹੈ ਕਿਸਾਨ ਅੰਦੋਲਨ ਨੂੰ, ਤਾਂ ਕਿ ਉਹ ਸਿਆਸੀ ਧਿਰਾਂ ਤੋਂ ਹਲੇ ਫਿਲਹਾਲ ਜਿੰਨਾ ਚਿਰ ਘੱਟੋ ਘੱਟ ਅੰਦੋਲਨ ਚੱਲਦਾ, ਅੰਦੋਲਨ ਤੋਂ ਬਾਅਦ ਦੀ ਸਿਆਸਤ ਆਪਣੀ ਜਗ੍ਹਾ ਜੋ ਵੀ ਹੋਏਗੀ ਉਹ ਦੇਖੀ ਜਾਏਗੀ। ਜੀ ਹਮੀਰ ਸਿੰਘ ਜੀ, ਗੱਲ ਕਰ ਰਹੇ ਆਪਾਂ ਪੰਜਾਬ ਦੀ ਸਿਆਸੀ ਪਾਰਟੀਆਂ ਦੀ, ਤਾਂ ਗੱਲ ਕਰੀਏ ਪੰਜਾਬ 'ਚ ਕਾਬਜ਼ ਕਾਂਗਰਸ ਦੀ, ਜਿਹਨੂੰ ਕਿ 4 ਸਾਲ ਦਾ ਸਮਾਂ ਪੂਰਾ ਹੋ ਚੁੱਕਿਆ ਹੈ ਤੇ ਅਖੀਰਲਾ ਵਰਾ ਇਹ ਚੋਣ ਵਰਾ ਹੈਗਾ, ਉਹ ਲੋਕਾਂ ਨੂੰ ਰੁਝਾਉਣ 'ਚ ਲੱਗੇ ਰਹੇ ਨੇ। ਜੇਕਰ ਪਿਛਲੇ 4 ਸਾਲਾਂ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਵਿਰੋਧੀ ਧਿਰ ਜਿਹੜਾ ਹੈਗਾ ਕਾਂਗਰਸ ਦੀ ਕਾਰਗੁਜ਼ਾਰੀ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ। ਅਸੀਂ ਜਾਣਨਾ ਚਾਹਾਂਗੇ ਤੁਸੀਂ ਕਾਂਗਰਸ ਦੀ 4 ਸਾਲਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ?
ਅਸਲ 'ਚ ਕੋਈ ਸਰਕਾਰ ਆਉਂਦੀ ਹੈ, ਚਾਹੇ ਹੁਣ ਕਾਂਗਰਸ ਚਾਹੇ ਉਹ, ਕਰਨ ਦਾ ਤਾਂ ਮਤਲਬ ਹੈ ਕੋਈ ਨਹੀਂ, ਨਾ ਮੋਦੀ ਸਰਕਾਰ ਹੈ ਨਾ ਕਾਂਗਰਸ ਸਰਕਾਰ ਹੈ। ਉਹਦਾ ਕਾਰਨ ਇਹ ਹੈ ਕਿਉਂਕਿ ਸਰਕਾਰਾਂ ਦੀ ਨੀਅਤ ਵੀ ਨਹੀਂ ਤੇ ਨਾ ਹੀ ਕੋਈ ਨੀਤੀ ਹੈ ਉਹਦੇ ਕੋਲ ਕੁਝ ਕਰਨ ਦੇ ਵਾਸਤੇ। ਜਿੰਨੇ ਵੱਡੇ ਵਾਅਦੇ ਸੀ, ਵੱਡੇ ਵਾਅਦਿਆਂ 'ਚ ਘਰ ਘਰ ਨੌਕਰੀ ਸੀ, ਨੌਕਰੀ ਕਿੱਥੇ ਹੈ ਲੋਕਾਂ ਨੂੰ ਪਤਾ ਹੀ ਹੋਏਗਾ। ਸਮੁੱਚਾ ਕਰਜ਼ਾ ਮਾਫੀ ਦਾ ਸੀ, ਉਹ ਸਮੁੱਚਾ ਕਰਜ਼ਾ ਕਿੱਥੇ ਹੈ ਸਭ ਨੂੰ ਪਤਾ ਹੀ ਹੈ ਕਿ ਕਿੱਥੇ ਮਾਫ ਹੋਇਆ ਕਿੱਥੇ ਨਹੀਂ ਹੋਇਆ। ਪਰ ਕਹਿਣ ਨੂੰ ਸਾਰੇ ਵਾਅਦੇ ਅਸੀਂ ਪੂਰੇ ਕਰਤੇ ਨੇ, ਚਾਹੇ ਮਾੜਾ ਮੋਟਾ ਹੀ ਇੱਧਰ ਉੱਧਰ ਜਾਂ ਜੋ ਵੀ ਮਰਜ਼ੀ ਕਰਕੇ ਕੀਤਾ। ਉਹ ਤਾਂ ਇੱਕ ਪਰਟੀਕੂਲਰ ਹਾਲਾਤ ਇਹੋ ਜਿਹੇ ਬਣ ਗਏ ਜਿਹਦੇ 'ਚ ਉਹ ਉਹਨਾਂ ਨੂੰ ਹਿੰਮਤ ਪੈ ਰਹੀ ਹੈ ਆਪਣੀ ਗੱਲ ਕਹਿਣ ਦੀ ਕਿ ਆਪਾਂ ਨੂੰ ਇਸ ਰੂਪ ਦੇ ਵਿੱਚ ਜਾ ਕੇ ਕਰਨ ਦੀ ਗੱਲ ਹੈ। ਅਤੇ ਨਸ਼ੇ ਦਾ ਸਵਾਲ ਹੈ ਉਹ ਵੀ ਉਸੇ ਤਰ੍ਹਾਂ ਹੀ ਹੈ। ਇਸ ਲਈ ਇਹ ਸਵਾਲ ਨੇ, ਜਦੋਂ ਲੋਕ ਸਵਾਲ ਮਤਲਬ ਕਰਨਗੇ ਤੇ ਜਵਾਬ ਮੰਗਣਗੇ ਲੀਡਰਾਂ ਤੋਂ, ਵੱਖ-ਵੱਖ ਤਰ੍ਹਾਂ ਦਿਆਂ ਤੋਂ, ਤੇ ਆਪੋਜੀਸ਼ਨ ਤੋਂ ਵੀ ਮੰਗਣਗੇ ਵੀ ਫਿਰ ਤੁਸੀਂ 4 ਸਾਲ ਕੀ ਕੀਤਾ, 4 ਸਾਲ 'ਚ ਕਿਹੜੀ ਐਜੀਟੇਸ਼ਨ ਲੜ ਕੇ ਸਰਕਾਰ ਦੇ ਨੱਕ 'ਚ ਦਮ ਕੀਤਾ, ਕਿਉਂ ਸਰਕਾਰ ਬਿਲਕੁਲ ਬਿਨਾਂ ਕਰੇ ਵੀ ਉਹਨੂੰ ਕੋਈ ਚੈਲੰਜ ਨਹੀਂ ਆਇਆ, ਕੋਈ ਚੁਣੌਤੀ ਨਹੀਂ ਆਈ। ਉਹ ਆਪੋਜੀਸ਼ਨ ਦਾ ਵੀ ਰੋਲ ਉਹਦੇ 'ਚ ਹੈ ਤੇ ਸਰਖਤਾਧਾਰੀ ਚੀਜ਼ ਧਿਰ ਦਾ ਤਾਂ ਰੋਲ ਉਸ ਲੈਵਲ ਦਾ ਹੈਗਾ ਹੀ ਹੈ। ਇਸ ਲਈ ਕੋਈ ਪੰਜਾਬ ਦਾ ਤਾਂ ਸਭ ਤੋਂ ਮਤਲਬ ਨਿਰਾਸ਼ਤਾ ਦਾ ਆਲਮ ਰਿਹਾ ਪਿਛਲੇ ਲੰਮੇ ਸਮੇਂ ਦੇ ਵਿੱਚ। ਕਿਸਾਨ ਮਜ਼ਦੂਰ ਖੁਦਕੁਸ਼ੀਆਂ ਹੋ ਰਹੀਆਂ ਨੇ, ਉਹ ਰੁਕ ਨਹੀਂ ਰਹੀਆਂ। ਉਸੇ ਢੰਗ ਨਾਲ ਜਿਹੜਾ ਨਸ਼ੇ ਦੇ ਓਵਰਡੋਜ਼ ਨਾਲ ਬੰਦੇ ਮਰ ਰਹੇ ਨੇ। ਇਹ ਸਾਰੀਆਂ ਚੀਜ਼ਾਂ ਨੂੰ ਅਜੇ ਤੱਕ ਸਿਆਸਤਦਾਨ ਸੈਟਿਸਫਾਈ ਤਾਂ ਨਹੀਂ ਕਰ ਸਕਦਾ। ਅਤੇ ਉਸ ਗੇਮ ਦੇ ਵਿੱਚ ਜਿਹੜੀ ਇਲੈਕਸ਼ਨ ਦੀ ਗੇਮ ਹੈ ਇੱਕ, ਉਹ 'ਚ ਇੱਕ ਧਿਰ ਨੇ ਤਾਂ ਜਿੱਤਣਾ ਜਾਂ ਕਿਹਨੇ ਜਿੱਤਣਾ ਉਹ ਅਲੱਗ ਸਵਾਲ ਹੈ। ਪਰ ਜੇਕਰ ਕੋਈ ਇਹ ਦਾਅਵਾ ਕਰੇ ਕਿ ਲੋਕਾਂ ਦੀ ਸੰਤੁਸ਼ਟੀ ਕਰਾ ਕੇ ਜਿੱਤ ਰਹੇ ਹਾਂ, ਲੋਕਾਂ ਦੇ ਵਾਅਦੇ ਪੂਰੇ ਕਰਕੇ ਲੋਕਾਂ ਨਾਲ ਜਿੱਤ ਰਹੇ ਹਾਂ, ਇਹ ਸਾਰਾ ਫਰਾਡ ਦੀ ਗੱਲ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।